वाहिगुरु जी। आज हम लोग गुरुद्वारा टाली साहब में हैं, जो कि गुरदासपुर डिस्ट्रिक्ट में बॉर्डर लाइन के ऊपर बिल्कुल पड़ता है। तो ये वो स्थान है जहाँ पे बाबा श्री चंद जी के स्थान के ऊपर जो है वो महाराज जी की वाणी के प्रकाश होते हैं। और ये तख्त है जिसके ऊपर महाराज जी इस समय सुशोभित हैं और इस समय सुखमणि साहब के पाठ चल रहे हैं। अगर हम लोग देखें तो चारों तरफ से कितना बेहतरीन किस्म से सजावट है। सो वाहिगुरु जी, ये बाबा श्री चंद जी का मेन स्थान है। यहाँ पे जो लोग हैं ये विदेशों से आके माथा टेकते हैं, अपनी मन्नतें जो हैं वो पूरी करते हैं। ये बाबा श्री चंद जी का मेन स्थान है टाली साहब में। और यहाँ के बारे में, यहाँ का जो इतिहास है, ये हम लोग आगे आप सभी लोगों को बताएंगे कि किस तरीके से यहाँ पे बाबा श्री चंद जी के स्थान बना, किस तरीके से सब कुछ यहाँ पे हुआ। तो ये जो स्थान है इसकी महत्ता, यहाँ पे लोग जो हैं आते हैं, अपनी मन्नतें जो हैं वो मांगते हैं। और बाबा श्री चंद जी जो हैं वो लोगों की जो नेक मनोकामनाएं होती हैं उस मनोकामनाओं को बाबा श्री चंद जी पूर्ण करते हैं। सो ये है इतिहास इस स्थान का। धन धन बाबा श्री चंद जी का तप स्थान है टाली साहब। गालड़ी का इतिहास, बाबा श्री चंद जी का जन्म भाद्रो सुदी की 9वीं 1551 बकरमी ਨੂੰ ਸੁਲਤਾਨਪੁਰ ਲੋਧੀ ਜ਼ਿਲ੍ਹਾ ਕਪੂਰਥਲਾ ਪੰਜਾਬ ਵਿੱਚ ਹੋਇਆ। ਆਪ ਜੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਅਤੇ ਮਾਤਾ ਸੁਲੱਖਣੀ ਜੀ ਦੇ ਵੱਡੇ ਸੁਪੁੱਤਰ ਸਨ। ਬਚਪਨ ਵਿੱਚ ਬਾਬਾ ਜੀ ਕਈ ਦਿਨ ਭਗਤੀ ਵਿੱਚ ਲੀਨ ਰਹਿੰਦੇ ਸਨ। ਬਾਬਾ ਜੀ ਨੇ ਸੰਸਾਰ ਦੇ ਦੂਰ ਸਥਾਨਾਂ ਦੀ ਯਾਤਰਾ ਕੀਤੀ ਅਤੇ ਦੁਨੀਆ ਨੂੰ ਧਾਰਿਆ। ਬਾਠ ਸਾਹਿਬ, ਪਠਾਨਕੋਟ, ਨਾਨਕ ਚੱਕ, ਗੁਰਦਾਸਪੁਰ ਦੀ ਧਰਤੀ ਨੂੰ ਬਾਬਾ ਜੀ ਦੀ ਚਰਨ ਛੋਹ ਪ੍ਰਾਪਤ ਹੈ। ਜਿੱਥੇ ਜਿੱਥੇ ਬਾਬਾ ਜੀ ਯਾਤਰਾ ਤੇ ਗਏ ਉਹਨਾਂ ਸਥਾਨਾਂ ਉੱਪਰ ਇਤਿਹਾਸਕ ਗੁਰਦੁਆਰੇ ਸੁਸ਼ੋਭਿਤ ਹਨ। ਬਾਬਾ ਜੀ 150 ਸਾਲ ਤੱਕ ਸੰਗਤਾਂ ਨੂੰ ਦਰਸ਼ਨ ਦਿੰਦੇ ਰਹੇ। ਗੁਰਦੁਆਰਾ ਟਾਲੀ ਸਾਹਿਬ ਗਾਲੜੀ ਗੁਰਦਾਸਪੁਰ ਤੋਂ 12 ਕਿਲੋਮੀਟਰ ਦੂਰ ਸਰਹੱਦੀ ਪਿੰਡ ਗਾਲੜੀ ਵਿੱਚ ਸਥਿਤ ਹੈ। ਇੱਕ ਦੂਰ ਤੋਂ ਸੰਗਤਾਂ ਗੁਰਦੁਆਰੇ ਸਾਹਿਬ ਦੇ ਦਰਸ਼ਨ ਲਈ ਆਉਂਦੀਆਂ ਹਨ ਅਤੇ ਲੋਕਾਂ ਦੀ ਆਸਥਾ ਦਾ ਇਹ ਬਹੁਤ ਵੱਡਾ ਕੇਂਦਰ ਹੈ। ਗੁਰਦੁਆਰਾ ਟਾਲੀ ਸਾਹਿਬ ਬਾਬਾ ਸ਼੍ਰੀ ਚੰਦ ਜੀ ਦੀ ਯਾਦ ਨੂੰ ਸਮਰਪਿਤ ਹੈ। ਕਸਬਾ ਡੇਰਾ ਬਾਬਾ ਨਾਨਕ ਸਾਹਿਬ ਤੋਂ ਬਾਠ ਸਾਹਿਬ ਤੱਕ ਇੱਕ ਕੱਚੀ ਪਗਡੰਡੀ ਦੇ ਰਸਤੇ ਹੀ ਬਾਬਾ ਸ਼੍ਰੀ ਚੰਦ ਜੀ ਆਉਂਦੇ ਸਨ। ਇਤਿਹਾਸਕਾਰਾਂ ਅਨੁਸਾਰ ਰਾਵੀ ਦਰਿਆ ਦੇ ਕਿਨਾਰੇ ਦਾ ਬਹਿਣ ਪਿੰਡ ਗਾਲੜੀ ਵਿੱਚ ਸੀ। ਉਹਨਾਂ ਦਿਨਾਂ ਵਿੱਚ ਅਕਸਰ ਹੜ੍ਹ ਆ ਜਾਂਦਾ ਸੀ, ਜਿਸ ਕਾਰਨ ਇਲਾਕੇ ਦੇ ਲੋਕਾਂ ਦੀ ਫਸਲ ਤਬਾਹ ਹੋ ਜਾਂਦੀ ਸੀ। ਲੋਕਾਂ ਦਾ ਗੁਜ਼ਾਰਾ ਇਹਨਾਂ ਫਸਲਾਂ ਦੇ ਸਹਾਰੇ ਹੀ ਚੱਲਦਾ ਸੀ। ਲੋਕ ਕਾਫੀ ਗਰੀਬ ਅਤੇ ਰਾਵੀ ਦੇ ਹੜ੍ਹਾਂ ਤੋਂ ਪਰੇਸ਼ਾਨ ਸਨ। ਬਾਬਾ ਜੀ ਇੱਕ ਦਿਨ ਰਾਵੀ ਦੇ ਕਿਨਾਰੇ ਠਹਿਰੇ। ਕਿਸੇ ਨੇ ਇਲਾਕੇ ਦੇ ਲੋਕਾਂ ਨੂੰ ਦੱਸਿਆ ਕਿ ਬਾਬਾ ਜੀ ਰਾਵੀ ਕਿਨਾਰੇ ਸਮਾਧੀ ਵਿੱਚ ਬੈਠੇ ਹਨ। ਤਾਂ ਸਵੇਰੇ ਇਲਾਕੇ ਦੇ ਲੋਕਾਂ ਨੇ ਇਕੱਠੇ ਹੋ ਕੇ ਬਾਬਾ ਜੀ ਕੋਲ ਗਏ। ਉਸ ਸਮੇਂ ਬਾਬਾ ਸ਼੍ਰੀ ਚੰਦ ਜੀ ਟਾਲੀ ਸਾਹਿਬ ਰੁੱਖ ਦੀ ਦਾਤਣ ਕਰ ਰਹੇ ਸਨ ਤੇ ਇਲਾਕੇ ਦੇ ਲੋਕਾਂ ਨੇ ਜਾ ਕੇ ਫਰਿਆਦ ਕੀਤੀ ਕਿ ਹੇ ਬਾਬਾ, ਅਸੀਂ ਇਲਾਕੇ ਦੇ ਕਿਸਾਨ ਹਾਂ ਤੇ ਸਾਡਾ ਸਾਰਾ ਦਰੋਮਦਾਰ ਇਹਨਾਂ ਫਸਲਾਂ ਦੇ ਸਹਾਰੇ ਹੀ ਚੱਲਦਾ ਹੈ।
ਪਰ ਰਾਵੀ ਦਰਿਆ ਵਿੱਚ ਹੜ੍ਹ ਆ ਜਾਣ ਕਾਰਨ ਸਾਡੀਆਂ ਸਾਰੀਆਂ ਫਸਲਾਂ ਤਬਾਹ ਹੋ ਜਾਂਦੀਆਂ ਹਨ। ਸਾਡੇ ਖਾਣ ਲਈ ਵੀ ਫਸਲ ਨਹੀਂ ਬਚਦੀ। ਕਿਰਪਾ ਕਰੋ, ਸਾਡੀਆਂ ਫਸਲਾਂ ਬਹਿ ਰਹੀਆਂ ਹਨ। ਬਾਬਾ ਜੀ ਨੇ ਕਿਸਾਨਾਂ ਦੀ ਗੱਲ ਬੜੇ ਧਿਆਨ ਨਾਲ ਸੁਣੀ ਅਤੇ ਰਾਵੀ ਦੇ ਕਿਨਾਰੇ ਆਪਣੇ ਮੂੰਹ ਵਿੱਚੋਂ ਟਾਹਲੀ ਦੀ ਦਾਤਣ ਕੱਢ ਕੇ ਗੱਡ ਦਿੱਤੀ ਅਤੇ ਰਾਵੀ ਦਰਿਆ ਦੇ ਮੁਖਾਤਬ ਹੁੰਦਿਆਂ ਹੋਇਆ ਬੋਲੇ ਕਿ ਜਾ ਭਾਈ ਜਾ, ਕਿਉਂ ਲੋਕਾਂ ਨੂੰ ਤੰਗ ਕਰਦਾ ਏ? ਇਹਨਾਂ ਲੋਕਾਂ ਤੇਰਾ ਕੀ ਵਿਗਾੜਿਆ ਹੈ? ਜਾ ਆਪਣਾ ਰਸਤਾ ਬਦਲ ਲੈ। ਉਸ ਦਿਨ ਤੋਂ ਰਾਵੀ ਆਪਣਾ ਰਸਤਾ ਬਦਲ ਕੇ ਇਸ ਸਥਾਨ ਤੋਂ 4-5 ਕਿਲੋਮੀਟਰ ਦੂਰ ਬਹਿ ਰਿਹਾ ਹੈ। ਬਾਬਾ ਜੀ ਨੇ ਵਚਨ ਕੀਤਾ ਕਿ ਜੋ ਵੀ ਮਨੁੱਖ ਇਸ ਸਥਾਨ ਤੇ ਸਾਨੂੰ ਸ਼ਰਧਾ ਅਤੇ ਪ੍ਰੇਮ ਨਾਲ ਯਾਦ ਕਰੇਗਾ, ਅਸੀਂ ਉਸ ਦੀਆਂ ਮਨੋਕਾਮਨਾਵਾਂ ਪੂਰੀਆਂ ਕਰਾਂਗੇ। ਬਾਬਾ ਜੀ ਆਪਣੇ ਬਚਨਾਂ ਦੀ ਪਾਲਣਾ ਕਰਦੇ ਹੋਏ ਅੱਜ ਵੀ ਹਾਜ਼ਰ ਹੋ ਕੇ ਸੰਗਤਾਂ ਦੀਆਂ ਸਾਰੀਆਂ ਮਨੋਕਾਮਨਾਵਾਂ ਪੂਰੀਆਂ ਕਰਦੇ ਹਨ। ਇਸ ਸਥਾਨ ਤੇ ਬਾਬਾ ਜੀ ਦੁਆਰਾ ਗੱਡੀ ਗਈ ਟਾਹਲੀ ਦੀ ਦਾਤਣ ਪਵਿੱਤਰ ਦੇ ਰੂਪ ਦੇ ਵਿੱਚ ਅੱਜ ਵੀ ਸੁਸ਼ੋਭਿਤ ਹੈ। ਸੋ ਇਹ ਇਸ ਸਥਾਨ ਦਾ ਇਤਿਹਾਸ ਹੈ। ਜਿਸ ਤਰੀਕੇ ਨਾਲ ਕਿ ਇਤਿਹਾਸਕਾਰਾਂ ਨੇ ਦੱਸਿਆ ਹੈ ਕਿ ਜੋ ਬਾਬਾ ਸ਼੍ਰੀ ਚੰਦ ਜੀ ਹਨ, ਉਹ ਰਾਵੀ ਦਰਿਆ ਦੇ ਕੰਢਿਆਂ ਤੋਂ ਹੁੰਦੇ ਦਰਿਆ ਦੇ ਵਿੱਚੋਂ ਦੀ ਕੰਢਿਆਂ ਦੇ ਹੁੰਦੇ ਗੁਰਦੁਆਰਾ ਟਾਹਲੀ ਸਾਹਿਬ ਅਤੇ ਇਸੇ ਤਰੀਕੇ ਦੇ ਨਾਲ ਆਪਣੀ ਯਾਤਰਾ ਕਰਦੇ ਹੋਏ ਖਾਲ ਦੇ ਕਿਨਾਰੇ ਮਾਜਰਾ ਪਿੰਡ ਦੇ ਵਿਖੇ ਵੀ ਜਾਇਆ ਕਰਦੇ ਸਨ। ਉੱਥੋਂ ਅੱਗੇ ਉਹਨਾਂ ਦਾ ਪੜਾਅ ਮਾਜਰਾ ਪਿੰਡ ਦੇ ਵਿੱਚ ਹੁੰਦਾ ਸੀ। ਮਾਜਰਾ ਪਿੰਡ ਤੋਂ ਬਾਅਦ ਜੋ ਉਹਨਾਂ ਦਾ ਅਗਲਾ ਪੜਾਅ ਜਿਹੜਾ ਹੁੰਦਾ ਸੀ ਉਹ ਗੁਰਦੁਆਰਾ ਬਾੜ ਸਾਹਿਬ ਦੇ ਵਿੱਚ ਹੁੰਦਾ ਸੀ। ਸੋ ਇਸ ਤਰੀਕੇ ਦੀ ਇਸ ਸਥਾਨ ਦੀ ਸ਼ੋਭਾ ਹੈ। ਸੋ ਜੋ ਵੀ ਸੱਚੇ ਮਨ ਦੇ ਨਾਲ ਕਿਸਾਨ ਇੱਥੇ ਆਪਣੀਆਂ ਜੋ ਫਸਲਾਂ, ਜਦ ਵੀ ਹਰ ਹਾੜੀ ਸੌਣੀ ਫਸਲ ਹੁੰਦੀ ਹੈ ਤਾਂ ਆਪਣੀ ਫਸਲ ਦਾ ਕੁਝ ਹਿੱਸਾ ਜੋ ਹੈ ਨਾ ਉਹ ਮਹਾਰਾਜ ਜੀ ਨੂੰ ਦਾਨ ਕਰਕੇ ਜਾਂਦੇ ਹਨ। ਸੋ ਇਸ ਸਥਾਨ ਦੇ ਉੱਤੇ ਬਹੁਤ ਸਾਰੇ ਜੋ ਸੰਤ ਮਹਾਤਮਾ ਹਨ ਉਹਨਾਂ ਨੇ ਵੀ ਤਪੱਸਿਆ ਕੀਤੀ ਹੈ। ਸੋ ਬੀਬੀਆਂ ਜੋ ਹਨ ਦੇਖੋ ਉਹ ਸੁਖਮਨੀ ਸਾਹਿਬ ਅਤੇ ਜਪਜੀ ਸਾਹਿਬ ਜੀ ਦੇ ਪਾਠ ਕਰਕੇ ਆਪਣੇ ਪਰਿਵਾਰ ਦੇ ਵਾਸਤੇ ਬਾਬੇ ਕੋਲੋਂ ਸੁੱਖ ਮੰਗਣ ਆਈਆਂ ਹੋਈਆਂ ਹਨ। ਇਸੇ ਤਰੀਕੇ ਨਾਲ ਹੋਰ ਵੀਰ ਭਰਾ ਵੀ ਸਾਡੇ ਜੋ ਹਨ ਉਹ ਇਸ ਸਥਾਨ ਦੇ ਉੱਤੇ ਬਾਬਾ ਜੀ ਦੇ ਸਥਾਨ ਦੇ ਉੱਤੇ ਆ ਕੇ ਮਹਾਰਾਜ ਦੀ ਸੇਵਾ ਕਰਦੇ ਹਨ। ਇਹ ਉਹ ਸਥਾਨ ਹੈ ਜਿੱਥੇ ਬਾਬਾ ਜੀ ਦੀ ਅਖੰਡ ਜੋਤ ਜੋ ਹੈ ਪ੍ਰਜਵਲਿਤ ਹੁੰਦੀ ਹੈ। ਦੇਸੀ ਘਿਓ ਚੜਾ ਕੇ ਜੋ ਸੰਗਤਾਂ ਹਨ ਉਹ ਬਾਬਾ ਜੀ ਦੀ ਜੋਤ ਨੂੰ ਪ੍ਰਜਵਲਿਤ ਰੱਖਦੀਆਂ ਹਨ। ਔਰ ਦੇਖੋ ਚਾਰੇ ਪਾਸੇ ਜੋ ਬਾਬਾ ਸ਼੍ਰੀ ਚੰਦ ਜੀ ਦੇ ਨਾਲ ਸੰਬੰਧਿਤ ਹਨ, ਮਾਤਾ ਸੁਲੱਖਣੀ ਜੀ ਦੀ ਗੋਦ ਦੇ ਵਿੱਚ ਬਾਬਾ ਸ਼੍ਰੀ ਚੰਦ ਜੀ ਬੈਠੇ ਹੋਏ ਹਨ ਅਤੇ ਤਪ ਸਥਾਨ ਪਖੋਕੇ ਵਿੱਚ ਭਗਵਾਨ ਸ਼੍ਰੀ ਚੰਦ ਜੀ ਮਹਾਰਾਜ ਬਾਬਾ ਧਰਮ ਚੰਦ ਜੀ ਨੂੰ ਉਤਾਰਦੇ ਹੋਏ ਦਿਖਾਏ ਗਏ ਹਨ। ਇਸੇ ਤਰੀਕੇ ਦੇ ਨਾਲ ਹੋਰ ਵੀ ਬਹੁਤ ਸਾਰਾ ਕੁਝ ਜੋ ਹੈ ਉਹ ਦਿਖਾਇਆ ਗਿਆ ਹੈ। ਅਸੀਂ ਦੇਖੀਏ ਤਾਂ ਬਾਬਾ ਸ਼੍ਰੀ ਚੰਦ ਜੀ ਟਰਸਟ ਜੋ ਆਲ ਓਵਰ ਵਰਲਡ ਦੇ ਵਿੱਚ ਕੰਮ ਕਰਦਾ ਹੈ ਬਾਬਾ ਸ਼੍ਰੀ ਚੰਦ ਜੀ ਦੇ ਸਥਾਨਾਂ ਨੂੰ ਪ੍ਰਗਟ ਕਰਨ ਦੇ ਲਈ। ਤੋਂ ਇਹ ਸਾਰੀਆਂ ਜੋ ਉਸ ਸਮੇਂ ਦੀਆਂ ਤਸਵੀਰਾਂ ਹਨ, ਉਸ ਸਮੇਂ ਦੇ ਜੋ ਇਤਿਹਾਸ ਹਨ, ਦੇਖੋ ਫੋਲੋ ਧੁਨੀ ਪਾਓ ਪ੍ਰਸ਼ਾਦ ਬਾਬਾ ਸ਼੍ਰੀ ਚੰਦ ਜੀ। ਦੇਖਿਓ ਕਮਲੀਏ ਕਹਾ ਇਹ ਸ਼ਹਿਰ ਨਹੀਂ ਇਹ ਥੇ ਕਹਾਈ। ਇਹ ਕਾਦਰਾਬਾਦ ਸ਼ਹਿਰ ਦੀ ਤਸਵੀਰ ਜੋ ਹੈ ਉਹ ਦਿਖਾਈ ਗਈ ਹੈ। ਬਾਬਾ ਸ਼੍ਰੀ ਚੰਦ ਜੀ ਉੱਥੇ ਤਪ ਕਰ ਰਹੇ ਹਨ। ਇਸੇ ਤਰੀਕੇ ਦੇ ਨਾਲ ਨਾਨਕ ਚੱਕ ਵਿਖੇ 84 ਸਿੱਧ ਮਹਾਰਾਜ ਜੀ ਦੇ ਦਰਸ਼ਨ ਕਰਨ ਲਈ ਆਕਾਸ਼ ਮਾਰਗ ਤੋਂ ਆਉਂਦੇ ਹੋਏ ਦਿਖਾਏ ਗਏ ਹਨ। ਔਰ ਅਸੀਂ ਅਗਰ ਦੇਖੀਏ ਤਾਂ ਇਹ ਉਹ ਟਾਹਲੀ ਸਾਹਿਬ ਹੈ, ਉਹ ਦਾਤਣ ਹੈ ਜੋ ਬਾਬਾ ਸ਼੍ਰੀ ਚੰਦ ਜੀ ਨੇ ਉਸ ਵੇਲੇ ਲਗਾਈ ਸੀ ਔਰ ਅੱਜ ਉਹ ਇਸ ਰੂਪ ਦੇ ਵਿੱਚ ਹੈ। ਸੋ ਸੰਗਤਾਂ ਜੋ ਹਨ ਉਹ ਦੂਰ ਦੂਰ ਤੋਂ ਬਾਬਾ ਸ਼੍ਰੀ ਚੰਦ ਜੀ ਦੇ ਸਥਾਨ ਦੇ ਉੱਤੇ ਆ ਕੇ ਆਪਣੀ ਸੇਵਾ ਭਾਵ ਦੇ ਨਾਲ ਸੇਵਾ ਕਰਦੀਆਂ ਹਨ। ਇਸ ਸਮੇਂ ਇਸ ਜੋ ਚੱਲ ਰਿਹਾ ਹੈ ਇੱਥੇ ਹੀ ਇਸੇ ਤਰੀਕੇ ਦੇ ਨਾਲ 1980 ਦੇ ਵਿੱਚ ਇਸ ਸਥਾਨ ਦੇ ਉੱਤੇ ਜੋ ਹੈ ਬਾਬਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ਮਾਨ ਹੋਏ ਸਨ। ਅੱਜ ਬਾਬਾ ਸ਼੍ਰੀ ਚੰਦ ਜੀ ਦੇ ਤਪ ਸਥਾਨ ਦੇ ਉੱਤੇ ਸੰਗਤਾਂ ਆਪਣੇ ਮਹਾਰਾਜ ਦੀ ਜੀ ਹਜ਼ੂਰੀ ਦੇ ਵਿੱਚ ਆਪਣੀਆਂ ਜੋ ਮਨੌਤਾਂ ਹੈ ਉਸ ਨੂੰ ਮਨਾਉਂਦੀਆਂ ਹਨ। ਸੋ ਮਹਾਰਾਜ ਕਿਰਪਾਲਤਾ ਕਰਨ। ਸੰਗਤਾਂ ਜੋ ਹੈ ਉਹ ਸੰਗਤਾਂ ਇਸ ਤਰੀਕੇ ਦੇ ਇਹ ਉਹ ਸਥਾਨ ਹੈ ਜਿੱਥੇ ਕਿ
ਬਾਬਾ ਸ਼੍ਰੀ ਚੰਦ ਜੀ ਦੇ ਜਨਮ ਦਿਹਾੜੇ ਨੂੰ ਲੈ ਕੇ ਮੇਲੇ ਲੱਗਦੇ ਹਨ। ਉਸ ਵੇਲੇ ਲੱਖਾਂ ਦੀ ਤਾਦਾਦ ਦੇ ਵਿੱਚ ਸੰਗਤਾਂ ਆਉਂਦੀਆਂ ਹਨ। ਅੱਜ ਵੀ ਇੱਕ ਪਰਿਵਾਰ ਜੋ ਹੈ ਉਹ ਆਪਣੀ ਖੁਸ਼ੀਆਂ ਮਨਾਉਂਦਿਆਂ ਹੋਇਆਂ ਆਪਣਾ ਜੋ ਉਹਨਾਂ ਨੇ ਮੰਨਤ ਮੰਗੀ ਸੀ ਉਹ ਮੰਨਤ ਨੂੰ ਪੂਰਨ ਕਰਨ ਦੇ ਵਾਸਤੇ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਜੋ ਪਾਠ ਹਨ ਉਹ ਬਾਬਾ ਜੀ ਦੇ ਸਥਾਨ ਦੇ ਉੱਤੇ ਕਰਵਾ ਰਹੇ ਹਨ। ਸੋ ਅਗਰ ਅਸੀਂ ਦੇਖੀਏ ਤਾਂ ਬਾਬਾ ਸ਼੍ਰੀ ਚੰਦ ਜੀ ਦਾ ਇਹ ਉਹ ਸਥਾਨ ਹੈ ਜੋ ਇਸ ਸਮੇਂ ਅਸੀਂ ਦੇਖ ਰਹੇ ਹਾਂ। ਇੱਥੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਜੋ ਪਾਠ ਸੁੱਖੇ ਹੋਏ ਹੁੰਦੇ ਹਨ, ਇਹ ਉਹ ਸੈਕਸ਼ਨ ਹੈ, ਉਸ ਦੇ ਵਿੱਚ ਹੀ ਇਹ ਸਾਰਾ ਕੁਝ ਦਿਖਾਇਆ ਜਾਂਦਾ ਹੈ।